ਵੈਲਕਮ ਬੈਕ ਟੂ ਮਾਈ YouTube ਚੈਨਲ ਗਾਇਜ਼। ਅੱਜ ਦੀ ਵੀਡੀਓ ਸਟਾਰਟ ਕਰਨ ਤੋਂ ਪਹਿਲਾਂ ਮੈਂ ਤੁਹਾਨੂੰ ਥੈਂਕ ਯੂ ਕਹਿਣਾ ਚਾਹੂੰਗੀ ਬਿਕੋਜ਼ ਅੱਜ ਮੈਂ 100 ਸਬਸਕ੍ਰਾਈਬਰਸ ਪੂਰੇ ਕਰ ਚੁੱਕੀ ਹਾਂ ਤੁਹਾਡੇ ਸਪੋਰਟ ਕਰਕੇ। ਅਤੇ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਵੀ ਫੋਲੋ ਕਰ ਸਕਦੇ ਹੋ। ਅਤੇ ਜੇ ਤੁਸੀਂ ਮੇਰੇ ਤੋਂ ਫ੍ਰੀ ਔਨਲਾਈਨ ਕਲਾਸਿਸ ਲੈਣਾ ਚਾਹੁੰਦੇ ਹੋ ਰੋਜ਼ੇ ਤਾਂ ਤੁਸੀਂ ਮੈਨੂੰ ਇੰਸਟਾਗ੍ਰਾਮ 'ਤੇ ਮੈਸੇਜ ਕਰ ਸਕਦੇ ਹੋ। ਅਤੇ ਰੋਜ਼ੇ ਮੈਂ ਔਨਲਾਈਨ ਕਲਾਸਿਸ ਵੀ ਪ੍ਰੋਵਾਈਡ ਕਰਦੀ ਹਾਂ। ਚਲੋ ਅੱਜ ਦੀ ਵੀਡੀਓ ਸਟਾਰਟ ਕਰਦੇ ਹਾਂ। ਜੇ ਤੁਹਾਨੂੰ ਵੀਡੀਓ ਹੈਲਪਫੁਲ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਅਤੇ ਫ੍ਰੀ ਆਫ ਕੋਸਟ ਹੈ। ਜਿੱਦਾਂ ਕਿ ਅੱਜ ਦੀ ਵੀਡੀਓ ਹੈ ਜਨਰਲ ਟਿਪਸ ਫॉर ਲਿਸਨਿੰਗ ਟੈਸਟ। ਇਹ ਰੋਜ਼ੇ ਵੈਸੇ ਮੈਂ ਲਿਸਨਿੰਗ ਦੀ ਇੱਕ ਪਲੇਲਿਸਟ ਅਪਲੋਡ ਕਰ ਚੁੱਕੀ ਹਾਂ ਜਿਹੜੇ ਕਾਮਨ ਵਰਡਸ ਰਿਪੀਟ ਹੁੰਦੇ ਨੇ ਲਿਸਨਿੰਗ ਟੈਸਟ ਵਿੱਚ। ਉਹ ਰੋਜ਼ੇ 100% ਸੇਮ ਉਹੀ ਵਰਡਸ ਹੁੰਦੇ ਨੇ ਜਿਹੜੇ ਰਿਪੀਟ ਹੁੰਦੇ ਹੀ ਹੁੰਦੇ ਨੇ ਡੈਫੀਨੇਟਲੀ। ਉਹ ਤੁਸੀਂ ਜਾ ਕੇ ਚੈੱਕ ਕਰ ਸਕਦੇ ਹੋ। ਮੈਂ ਡਿਸਕ੍ਰਿਪਸ਼ਨ ਵਿੱਚ ਲਿੰਕ ਮੈਂਸ਼ਨ ਕਰ ਦਾਂਗੀ। ਜਿੱਦਾਂ ਕਿ ਰੋਜ਼ੇ ਲਿਸਨਿੰਗ ਇੱਕ ਇਹੋ ਜਿਹਾ ਮੋਡਿਊਲ ਹੈ ਜਿਹਦੇ ਤੋਂ ਬਹੁਤ ਲੋਕ ਭੱਜਦੇ ਨੇ। ਇਹ ਸਟਾਰਟਿੰਗ 4 to 5 ਟਿਪਸ ਉਹਨਾਂ ਬੱਚਿਆਂ ਲਈ ਹੈ ਜਿਨ੍ਹਾਂ ਦੇ ਸਕੋਰ 4.5 ਜਾਂ 5.5 'ਤੇ ਸਟਕ ਹੋ ਜਾਂਦੇ ਨੇ। ਜਿੱਦਾਂ ਕਿ ਰਜੇ ਲਿਸਨਿੰਗ ਇੱਕ ਸਕਿੱਲ ਹੈਗਾ, ਆਪਦੇ ਆਪ ਵਿੱਚ ਇੱਕ ਸਕਿੱਲ ਹੈਗਾ। ਕੋਈ ਵੀ ਇਹ ਸਕਿੱਲ ਨਾਲ ਪੈਦਾ ਨਹੀਂ ਹੋਇਆ ਹੁੰਦਾ। ਇਹ ਸਕਿੱਲ ਸਭ ਨੂੰ ਸਿੱਖਣਾ ਪੈਂਦਾ ਹੈ। ਜਿਵੇਂ ਆਪਾਂ ਇਹ ਚੀਜ਼ ਨੂੰ ਸਿੱਖਦੇ ਜਾਂਦੇ ਹਾਂ ਉਵੇਂ ਉਵੇਂ ਰਜੇ ਆਪਣੇ 'ਚ ਇੰਪਰੂਵਮੈਂਟ ਆਉਂਦੀ ਜਾਂਦੀ ਹੈਗੀ ਆ। ਜਿੱਦਾਂ ਕਿ ਇਫ ਯੂ ਥਿੰਕ ਯੂਰ ਲਿਸਨਿੰਗ ਨੀਡਸ ਨੋ ਇੰਪਰੂਵਮੈਂਟ ਸਕਿਪ ਦਾ ਟੀਚ ਯੂਰ ਸੈਲਫ ਦਾ ਵਰਡਸ ਪਾਰਟ ਮੂਵ ਫਾਰਵਰਡ ਟੂ ਦਾ ਨੈਕਸਟ ਟਿਪਸ। ਜਿਵੇਂ ਕਿ ਰਜੇ ਹੁਣ ਮੈਂ ਟਿਪਸ ਐਂਡ ਟ੍ਰਿਕਸ ਦੱਸਾਂਗੀ, ਤੁਸੀਂ ਵੀਡੀਓ ਐਂਡ ਤੱਕ ਦੇਖਦੇ ਰਹੋ। ਹੁਣ ਜਿਵੇਂ ਕਿ ਰਜੇ ਸਕਿੱਲ ਜਦੋਂ ਆਪਾਂ ਚੀਜ਼ ਨੂੰ ਸਿੱਖਦੇ ਜਾਂਦੇ ਰਜੇ ਉਵੇਂ ਆਪਣੇ 'ਚ ਇੰਪਰੂਵਮੈਂਟ ਆਉਂਦੀ ਜਾਂਦੀ, ਉਵੇਂ ਆਪਾਂ ਉਹ ਚੀਜ਼ 'ਚ ਐਕਸਪਰਟ ਹੁੰਦੇ ਜਾਂਦੇ ਹੈਗੇ ਆ। ਜਿਵੇਂ ਕਿ ਰਜੇ ਸਭ ਤੋਂ ਫਸਟ ਮੈਥਡ ਹੈਗਾ First, listen and remember what you hear and stop the recording after each phrase. Even if you did not understand the phrase, play it in your head a couple of times. For example, ਇੱਥੇ ਰਜੇ ਮੈਂ ਐਗਜ਼ਾਮਪਲ ਦਿੱਤੀ ਹੈਗੀ ਆ। ਅਤੇ ਜਿਵੇਂ ਮੰਨ ਲਓ ਸਪੋਜ਼ ਤੁਹਾਨੂੰ ਕੋਈ ਪਹਿਲਾਂ ਤਾਂ ਤੁਸੀਂ ਸੁਣੋ ਕੀ ਕਹਿ ਰਹੇ ਨੇ, ਫਿਰ ਰਿਕਾਰਡਿੰਗ ਨੂੰ ਰੋਕੋ। ਇੱਕ ਸੈਂਟੈਂਸ ਬਾਅਦ 2 ਸੈਂਟੈਂਸ ਬਾਅਦ ਭਾਵੇਂ ਤੁਹਾਨੂੰ ਚੀਜ਼ ਸਮਝ ਆਈ ਜਾਂ ਨਹੀਂ ਸਮਝ ਆਈ। ਜੇ ਨਹੀਂ ਸਮਝ ਆਈ ਤਾਂ ਉਹ ਚੀਜ਼ ਨੂੰ ਤਾਂ ਉਦੋਂ ਤਾਂ ਰੋਕਣਾ ਹੀ ਰੋਕਣਾ ਹੈਗਾ ਰਜੇ। ਉਹ ਚੀਜ਼ ਨੂੰ ਰੋਕੋ ਅਤੇ ਸਮਝਣ ਦੀ ਕੋਸ਼ਿਸ਼ ਕਰੋ ਉਹ ਕਹਿ ਕੀ ਰਹੇ ਨੇ। ਉਹ ਚੀਜ਼ ਨੂੰ ਬਾਰ-ਬਾਰ ਰਿਪੀਟ ਕਰੋ। ਉਹ ਚੀਜ਼ ਨੂੰ ਜਦੋਂ ਰਿਪੀਟ ਕਰੋਗੇ ਨਾ ਤੁਹਾਨੂੰ ਸਮਝ ਆਉਣ ਲੱਗ ਜਾਊਗਾ ਕਿ ਉਹ ਕਹਿਣ ਦੀ ਕੀ ਕੋਸ਼ਿਸ਼ ਕਰ ਰਹੇ ਸੀਗੇ। ਇਹਦੇ ਨਾਲ ਬਹੁਤ ਜ਼ਿਆਦਾ ਇੰਪਰੂਵਮੈਂਟ ਹੋਊਗੀ। ਜਿੱਦਾਂ ਕਿ ਰਜੇ ਮੈਂ ਇੱਥੇ ਐਗਜ਼ਾਮਪਲ ਦੇ ਕੇ ਤੁਹਾਨੂੰ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਦੇਰ ਇਜ਼ ਅ ਬਿਗ ਡਿਫਰੈਂਸ ਬਿਟਵੀਨ ਸੀਇੰਗ ਅ ਵਰਡ printed on a paper while reading and hearing it. If you saw a word, it does not mean that you will recognize it when you hear it. So every word you have seen you must hear at least once. ਜਿੱਦਾਂ ਕਿ ਰਜੇ ਆਪਾਂ ਕੋਈ ਵੀ ਵਰਡ ਦੇਖਦੇ ਹਾਂ ਉਹ ਵਰਡ ਨੂੰ ਸੁਣਨਾ ਬਹੁਤ ਜ਼ਿਆਦਾ ਜ਼ਰੂਰੀ ਹੈਗਾ। then say it out loud if you understand that phrase at first. This exercise will improve your pronunciation. ਜਿੱਦਾਂ ਕਿ ਰਜੇ ਇਹਦੇ ਨਾਲ ਤੁਹਾਡਾ ਸਭ ਤੋਂ ਵੱਡਾ ਬੈਨੀਫਿਟ ਕੀ ਹੋਊਗਾ, ਤੁਹਾਡਾ ਜਿਵੇਂ ਉਹ ਵਰਡ ਨੂੰ ਕਿਵੇਂ ਪ੍ਰੋਨਾਊਂਸ ਕਰਦੇ ਨੇ ਤੁਹਾਨੂੰ ਉਹ ਪਤਾ ਲੱਗੂਗਾ। ਤੁਹਾਡੀ ਇਹ 'ਚ ਹੋਰ ਜ਼ਿਆਦਾ ਤੁਹਾਨੂੰ ਇਹਦੇ ਨਾਲ ਬਹੁਤ ਜ਼ਿਆਦਾ ਬੈਨੀਫਿਟਸ ਹੋਣਗੇ ਲੌਂਗ ਟਰਮ ਵਿੱਚ। ਜਿਵੇਂ ਕਿ ਰਜੇ ਅੱਗੇ ਆਪਾਂ ਮੂਵ ਔਨ ਕਰਦੇ ਹਾਂ। Following the instructions will keep you safe. Every task in IELTS listening test has its instructions. ਜਿੱਦਾਂ ਕਿ ਰਜੇ ਹਰ ਇੱਕ ਕੁਐਸਚਨ ਟਾਈਪ ਦੀ ਆਪਦੀ ਡਿਫਰੈਂਟ ਇੰਸਟਰਕਸ਼ਨਸ ਹੁੰਦੀਆਂ ਹੈ। It may sound stupid but you really need to read them carefully. Why? Because they will tell you exactly what to do with the information. For example, ਰਜੇ ਮੈਂ ਇੱਥੇ ਐਗਜ਼ਾਮਪਲ ਦੇ ਕੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। How many words you can use to answer? If the answer must be in 3 words, write exactly 3 words. ਸਮਟਾਈਮਸ ਕੀ ਹੁੰਦਾ ਕਿ ਬੱਚੇ ਜਿਵੇਂ ਉਹ ਇੰਸਟਰਕਸ਼ਨਸ ਵੱਲ ਧਿਆਨ ਨਹੀਂ ਦਿੰਦੇ ਗੇ ਅਤੇ ਉਹਨਾਂ ਨੇ ਕਿਹਾ ਕਿ 3 ਵਰਡਸ ਵਿੱਚ ਆਨਸਰ ਹੋਣਾ ਚਾਹੀਦਾ ਹੈ। ਕੁਛ ਬੱਚੇ ਉਹ 5 ਵਰਡਸ ਵਿੱਚ ਆਨਸਰ ਕਰ ਦਿੰਦੇ ਨੇ, 2 ਵਰਡਸ ਵਿੱਚ ਆਨਸਰ ਕਰ ਦਿੰਦੇ ਨੇ, ਜਿਹਦੇ ਕਰਕੇ ਰਜੇ ਆਪਣਾ ਆਨਸਰ ਗਲਤ ਹੋ ਜਾਂਦਾ ਅਤੇ ਆਪਣੇ ਉਹ ਆਨਸਰ ਦੇ ਬੈਂਡ ਸਕੋਰਸ ਨਹੀਂ ਲੱਗਦੇ ਅਤੇ ਆਪਣਾ ਜੋ ਆਨਸਰ ਆਪਾਂ ਨੂੰ ਬੈਂਡ ਸਕੋਰ ਮਿਲਦੇ ਉਹ ਆਨਸਰ ਦੇ 0 ਮਿਲਦੇ ਨੇ। ਤਾਂ ਰਜੇ ਧਿਆਨ ਦੇਣਾ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ। ਜੇ ਮੰਨ ਲਓ ਉਹਨਾਂ ਨੇ ਲਿਖਿਆ ਜਾਂ ਇੱਕ ਨੰਬਰ ਆਏਗਾ ਜਾਂ ਇੱਕ ਟੈਕਸ ਵਾਲੀ ਵੈਲਿਊ ਆਏਗੀ ਕੁਛ ਵੀ, ਤਾਂ ਉਹ ਬੱਚੇ ਕੀ ਕਰਦੇ ਨੇ ਦੋਨੋਂ ਲਿਖ ਦਿੰਦੇ ਨੇ। ਬੱਚੇ ਉਹ ਡਿਫਰੈਂਸ ਹੀ ਨਹੀਂ ਉਦੋਂ ਐਨਾਲਾਈਜ਼ ਕਰ ਪਾਉਂਦੇ ਗੇ। ਨੈਕਸਟ ਮੈਥਡ ਹੈਗਾ ਡਿਵਾਈਡ ਐਂਡ ਕੌਂਕਰ। ਦ ਰਿਕਾਰਡਿੰਗ ਡਿਵਾਈਡਸ ਦ ਕੁਐਸਚਨਸ ਇਨਟੂ ਗਰੁੱਪ। ਸੋ ਐਵਰੀ ਟਾਈਮ ਯੂ ਆਰ ਇੰਸਟਰਕਟਿਡ ਟੂ ਆਨਸਰ ਗਰੁੱਪ ਆਫ 4 to 5 ਕੁਐਸਚਨਸ। ਜਿੱਦਾਂ ਕਿ ਰਜੇ ਆਪਾਂ ਨੂੰ ਪਤਾ ਹੈ ਕਿ ਆਪਾਂ ਨੂੰ ਇੱਕ ਕੁਐਸਚਨ ਟਾਈਪ 'ਚ 4 ਤੋਂ 5 ਕੁਐਸਚਨਸ ਆਉਂਦੇ ਨੇ ਅਤੇ ਆਪਾਂ ਨੂੰ 20 ਤੋਂ 30 ਸੈਕਿੰਡਸ ਦਾ ਸਾਇਲੈਂਸ ਦਿੱਤਾ ਜਾਂਦਾ ਉਹ ਕੁਐਸਚਨ ਸਟਾਰਟ ਕਰਨ ਤੋਂ ਪਹਿਲਾਂ। ਫਸਟ thing you should do when tape start playing is that understand which type of questions you need to answer. For example, the tape says look at the question 1 to 4. It means that you have 20 seconds to look at those questions and go over
the questions and treat them. Underline the keywords, and keywords are the words that contains the main idea of the question, and they will help you to guess what you will hear: a number, opening hours, name, location. Draw a line under the question for, and you won't look further before its time. ਜਿੱਦਾਂ ਕਿ ਰਜੇ ਉਹ ਜੇ 20 ਸੈਕਿੰਡਸ ਦਿੱਤੇ ਜਾਂਦੇ ਨਾ, ਉਹੀ 20 ਸੈਕਿੰਡ ਵਿੱਚ ਉਹੀ 4 ਕੁਐਸਚਨਸ 'ਤੇ ਫੋਕਸ ਕਰੋ ਅਤੇ ਕੀਵਰਡਸ ਅੰਡਰਲਾਈਨ ਕਰੋ। ਜਿੱਦਾਂ ਕਿ ਰਜੇ ਜਦੋਂ ਕੀਵਰਡਸ ਅੰਡਰਲਾਈਨ ਕਰਨੇ ਬਹੁਤ ਜ਼ਿਆਦਾ ਜ਼ਰੂਰੀ ਹੈ। ਸਮਟਾਈਮਸ ਕੁਝ ਬੱਚੇ ਕੀ ਕਰਦੇ, ਕੀਵਰਡਸ ਅੰਡਰਲਾਈਨ ਕਰਨ ਲਈ ਕਿਹਾ ਜਾਂਦਾ ਹੈ ਅਤੇ ਉਹ ਪੂਰਾ ਸੈਂਟੈਂਸ ਹੀ ਅੰਡਰਲਾਈਨ ਕਰ ਦਿੰਦੇ ਨੇ। ਰਜੇ ਕੀਵਰਡਸ ਜਿਵੇਂ ਕੋਈ ਨੰਬਰ ਹੋ ਸਕਦਾ ਹੈ, ਕੋਈ ਓਪਨਿੰਗ, ਕੁਛ ਵੀ ਮਤਲਬ ਕਿ ਕੁਛ ਟਾਈਮ ਦੇ ਬਾਰੇ ਦੱਸਦੇ ਹੋਣ, ਜਾਂ ਕੋਈ ਨੇਮ ਜਾਂ ਲੋਕੇਸ਼ਨ ਬਾਰੇ ਦੱਸਦੇ ਹੋਣ। ਜਦੋਂ ਆਪਾਂ ਸਪੈਸੀਫਿਕਲੀ ਕੋਈ ਵਰਡ ਦੇਖਣਾ ਵੀ ਜਿਹੜਾ ਉਹ ਸੈਂਟੈਂਸ ਵਿੱਚ ਮੇਨ ਕੀਵਰਡ ਹੈਗਾ ਹੈ, ਉਸ ਵਰਡ ਨੂੰ ਆਪਾਂ ਅੰਡਰਲਾਈਨ ਕਰਨਾ, ਜਿਹਦੇ ਤੋਂ ਆਪਾਂ ਨੂੰ ਆਨਸਰ ਗੈਸ ਕਰਨਾ ਸੌਖਾ ਹੋ ਜਾਵੇ। ਨੈਕਸਟ ਸਟੈਪ ਹੈਗਾ ਰਜੇ, ਆਪਾਂ ਬਹੁਤ ਜਲਦੀ ਡਿਸਟਰੈਕਟ ਹੋ ਜਾਂਦੇ। ਜਿਵੇਂ ਮੰਨ ਲਓ ਸੈਕਸ਼ਨ 3 ਵਿੱਚ ਇੱਦਾਂ ਹੁੰਦਾ ਹੈ ਕਿ ਜਦੋਂ 2-3 ਵੋਇਸਿਸ ਆ ਜਾਂਦੀਆਂ ਹੈ, ਮੰਨ ਲਓ ਕੋਈ ਮੇਲ ਆ ਗਈ, ਫੀਮੇਲ ਆ ਗਈ, ਤਾਂ ਮਤਲਬ ਕਿ ਮੇਲ ਫੀਮੇਲ ਜਦੋਂ ਇਕੱਠੇ ਆ ਜਾਂਦੇ ਨੇ, 2 ਫੀਮੇਲਸ ਆ ਗਈਆਂ, 1 ਮੇਲ ਆ ਗਈ, ਉਦੋਂ ਬੱਚੇ ਬਹੁਤ ਜ਼ਿਆਦਾ ਕਨਫਿਊਜ਼ ਹੋ ਜਾਂਦੇ ਨੇ, ਕਿਉਂਕਿ ਉਹਨਾਂ ਦਾ ਐਕਸੈਂਟ ਹੁੰਦਾ ਉਹ ਬਹੁਤ ਜ਼ਿਆਦਾ ਡਿਫਰੈਂਟ ਹੁੰਦਾ ਹੈ। ਅਤੇ ਉਹ ਪਿੱਛੇ ਕੀ ਹੁੰਦਾ, ਸਮਟਾਈਮਸ ਤਾਂ ਇਹ ਵੀ ਹੁੰਦਾ ਕਿ ਬੈਕਗਰਾਊਂਡ ਨੋਇਸ ਆ ਜਾਂਦਾ ਹੈ, ਜਿਵੇਂ ਕਿ ਇਟ ਕੈਨ ਬੀ ਆਫ ਏਅਰਪੋਰਟ, ਸਟਰੀਟ, ਯੂਨੀਵਰਸਿਟੀ, ਲੈਕਚਰ ਹਾਲ, ਕੁਛ ਵੀ ਹੋ ਸਕਦਾ ਹੈਗਾ ਹੈ। ਆਪਾਂ ਨੂੰ ਉਸ ਚੀਜ਼ ਲਈ ਰੈਡੀ ਰਹਿਣਾ ਚਾਹੀਦਾ ਹੈਗਾ, ਅਤੇ ਆਪਾਂ ਨੂੰ ਨਾ ਆਪਦੇ ਆਪ ਨੂੰ ਕਨਫਿਊਜ਼ ਨਹੀਂ ਹੋਣਾ ਚਾਹੀਦਾ ਕਿ ਹੁਣ ਮੈਂ ਕੀ ਕरूँ। ਆਪਾਂ ਨੂੰ ਉਹ ਚੀਜ਼ ਜਿਵੇਂ ਆਪਾਂ ਹੌਲੀ ਹੌਲੀ ਪ੍ਰੈਕਟਿਸ ਕਰਦੇ ਜਾਵਾਂਗੇ ਨਾ ਰੋਜ਼ੇ, ਇਹ ਚੀਜ਼ਾਂ ਆਪਾਂ ਨੂੰ ਬਹੁਤ ਜ਼ਿਆਦਾ ਛੋਟੀਆਂ ਲੱਗਣ ਲੱਗ ਜਾਣਗੀਆਂ, ਬਿਕੋਜ਼ ਦੈਟ ਇਜ਼ ਐਗਜ਼ੈਕਟਲੀ ਦੇ ਵਾਂਟਡ। ਇਹੀ ਤਾਂ ਚੀਜ਼ ਹੈਗੀ ਹੈ ਕਿ ਉਹ ਚਾਹੁੰਦੇ ਹੈਗੇ ਆ। ਜਿੱਦਾਂ ਕਿ ਰਜੇ ਉਹ ਮੰਨ ਲਓ ਪਿੱਛੇ ਡਿਸਟਰੈਕਟ ਨਾ ਕਰਨ, ਆਪਾਂ ਨੂੰ ਡਿਫਰੈਂਟ ਵੋਇਸਿਸ ਨਾਲ ਲੈ ਕੇ ਆਉਣ, ਤਾਂ ਹਰ ਕਿਸੇ ਦੇ 9 ਡਿਪੈਂਡ ਆ ਜਾਣ ਰਜੇ ਲਿਸਨਿੰਗ ਵਿੱਚ। ਜਿੱਦਾਂ ਕਿ ਰਜੇ ਹੁਣ ਆਪਾਂ ਅਗਲੇ ਟਿਪ ਵੱਲ ਮੂਵ ਔਨ ਕਰਦੇ ਹਾਂ। ਆਨਸਰ ਐਜ਼ ਯੂ ਲਿਸਨ, ਜਿਵੇਂ ਤੁਸੀਂ ਸੁਣਦੇ ਜਾ ਰਹੇ ਹੋ ਨਾਲ ਦੀ ਨਾਲ ਤੁਸੀਂ ਆਨਸਰ ਕਰੋ, ਬਿਕੋਜ਼ ਜਦੋਂ ਉਹ ਅਗਲੇ ਕੁਐਸਚਨ ਵੱਲ ਮੂਵ ਔਨ ਹੋ ਜਾਣਗੇ ਅਤੇ ਆਪਾਂ ਪਿਛਲਾ ਸੈਂਟੈਂਸ ਨਾਲ ਦੀ ਨਾਲ ਭੁੱਲ ਜਾਵਾਂਗੇ, ਬਿਕੋਜ਼ ਉਹਨਾਂ ਦੀ ਇੱਕ ਫੋਰਨ ਲੈਂਗੁਏਜ ਹੁੰਦੀ ਹੈ। ਆਪਾਂ ਬੱਚੇ ਨੋਰਮਲੀ ਗੱਲ ਕਰਦੇ ਹਾਂ, ਆਪਾਂ ਪੰਜਾਬੀ ਬੋਲਦੇ, ਪੰਜਾਬੀ ਵਾਲਾ ਆਪਾਂ ਨੂੰ ਸੈਂਟੈਂਸ ਨਾਲ ਦੀ ਨਾਲ ਯਾਦ ਰਹਿੰਦਾ ਹੈ ਵੀ ਉਹਨੇ ਕੀ ਕਿਹਾ ਸੀ। ਬਟ ਜਦੋਂ ਇੰਗਲਿਸ਼ ਵਿੱਚ ਗੱਲ ਆਪਾਂ ਆਇਲਸ ਕਰ ਰਹੇ ਹਾਂ, ਬਟ ਆਇਲਸ ਵਿੱਚ ਆਪਾਂ ਨੂੰ ਸੈਂਟੈਂਸ ਨਹੀਂ ਯਾਦ ਰਹਿੰਦਾ, ਉਹ ਬੱਚੇ ਨੇ ਕੀ ਮਤਲਬ ਕਿ ਫੋਰਨਰ ਨੇ ਕੀ ਕਿਹਾ ਸੀਗਾ, ਅਤੇ ਆਪਾਂ 'ਤੇ ਕੋਂਸਟੈਂਟ ਫਲੋ ਬਣਿਆ ਹੁੰਦਾ ਕਿ ਇੰਨੇ ਟਾਈਮ ਵਿੱਚ ਇੰਨੇ ਕੁਐਸਚਨਸ ਉਹਨਾਂ ਨੇ ਟਪਾ ਦੇਣੇ ਆ, ਆਪਾਂ ਭਾਵੇਂ ਸੁਣੀਏ ਭਾਵੇਂ ਨਾ ਸੁਣੀਏ। ਤਾਂ ਰਜੇ ਆਫਟਰ ਹੀਅਰਿੰਗ ਦਾ 3rd ਕੁਐਸਚਨ ਯੂ ਵੋਂਟ ਬੀ ਏਬਲ ਟੂ ਰਿਪੀਟ ਦਾ ਫਸਟ। ਜੇ ਮੰਨ ਲਓ ਰਜੇ ਉਹ 3rd ਕੁਐਸਚਨ ਬੋਲਦੇ ਪਏ ਨੇ, ਤੁਸੀਂ ਫਸਟ ਦਾ ਆਨਸਰ ਮਿਸ ਕਰਤਾ, ਅਤੇ ਉਹ ਕੁਐਸਚਨ ਤੁਹਾਡੇ ਲਈ ਰਿਪੀਟ ਨਹੀਂ ਕਰਨਗੇ। ਤਾਂ ਕਰਕੇ ਮੈਂ ਹੁਣ ਅਗਲਾ ਟਿਪ ਜਿਹੜਾ ਹੈਗਾ ਇਹ ਉਹਨਾਂ ਬੱਚਿਆਂ ਲਈ ਹੈ, ਲਿਸਨ ਫॉर ਸਪੈਸੀਫਿਕ ਇਨਫੋਰਮੇਸ਼ਨ। ਉਹ ਸਪੈਸੀਫਿਕ ਇਨਫੋਰਮੇਸ਼ਨ ਜਿਹੜੇ ਕੀਵਰਡਸ ਤੁਸੀਂ ਅੰਡਰਲਾਈਨ ਕੀਤੇ ਨਾ, ਉਹ ਦੇਖੋ ਸਪੈਸੀਫਿਕ ਇਨਫੋਰਮੇਸ਼ਨ ਬਾਰੇ ਗੱਲ ਜ਼ਰੂਰ ਕਰਨਗੇ। ਵੈਨ ਯੂ ਆਰ ਲਿਸਨਿੰਗ ਲੁੱਕ ਫॉर ਡਿਸਕ੍ਰਿਪਸ਼ਨਸ ਐਂਡ ਡਿਟੇਲਸ ਸੱਚ ਐਸ ਡੇਟਸ ਬਣੀ ਦੇਖੋ, ਪਲੇਸ ਬਣੀ ਦੇਖੋ, ਟੈਲੀਫੋਨ ਨੰਬਰਸ ਬਣੀ ਦੇਖੋ, ਓਪਨਿੰਗ ਆਵਰਸ ਦੇਖੋ, ਈਅਰਸ ਦੇਖਿਆ ਕਰੋ। ਈਅਰਸ ਬਾਰੇ ਉਹ ਜ਼ਰੂਰ ਗੱਲ ਕਰਨਗੇ। ਜਿਵੇਂ ਮੰਨ ਲਓ ਸਪੋਜ਼ ਟਰਾਂਸਪੋਰਟੇਸ਼ਨ ਬਾਰੇ ਗੱਲ ਕਰਨਗੇ, ਟਰਾਂਸਪੋਰਟੇਸ਼ਨ ਵਿੱਚ ਕਾਰ ਦੇ ਬਾਰੇ ਗੱਲ ਕਰ ਸਕਦੇ ਹਾਂ। ਕੀਪ ਮੂਵਿੰਗ ਫਾਰਵਰਡ। ਅ ਵਰਥ case scenario is that you lose the sequence of your answer, so you miss one answer, then you miss another one, and so on. To prevent that from happening, always look one or two questions ahead. It may sound confusing, but after a little practice becomes very natural and helps a lot. ਜਿੱਦਾਂ ਕਿ ਰਜੇ ਕੀ ਹੁੰਦਾ ਕਿ ਕੁਐਸਚਨਸ ਮੰਨ ਲਓ ਐਗਜ਼ਾਮੀਨਰ ਬਹੁਤ ਜ਼ਿਆਦਾ ਫਾਸਟ ਹੈਗਾ, ਕਈ ਵਾਰ ਕੀ ਹੁੰਦਾ ਲਿਸਨਿੰਗ ਇੰਨੀ ਜ਼ਿਆਦਾ ਫਾਸਟ ਹੋ ਜਾਂਦੀ ਆ ਕਿ ਬੱਚੇ ਆਨਸਰ ਹੀ ਨਹੀਂ ਕੈਚ ਕਰ ਪਾਉਂਦੇ। ਤਾਂ ਸਭ ਤੋਂ ਪਹਿਲਾਂ ਤਾਂ ਮੈਂ ਆਹੀ ਐਡਵਾਈਸ ਕਰੂੰਗੀ ਕਿ ਜਦੋਂ ਆਪਾਂ ਨੂੰ ਮੰਨ ਲਓ 7 ਕੁਐਸਚਨਸ ਆਏ, 7 ਕੁਐਸਚਨ ਵਿੱਚ ਆਪਾਂ ਨੂੰ ਫਸਟ ਆਨਸਰ ਮਿਸ ਕਰਤਾ, ਤਾਂ ਆਪਾਂ ਨੂੰ ਸੈਕਿੰਡ ਕੁਐਸਚਨ ਅਤੇ 3rd ਕੁਐਸਚਨ ਤਾਂ ਆਪਾਂ ਨੂੰ ਆਲਰੇਡੀ ਰੀਡ ਕੀਤਾ ਹੋਣਾ ਚਾਹੀਦਾ ਕਿ ਉਹ ਜੇ ਮੰਨ ਲਓ ਫਸਟ ਕੁਐਸਚਨ ਮਿਸ ਹੋ ਗਿਆ ਤਾਂ ਆਪਾਂ ਨੂੰ ਪਤਾ ਹੋਵੇ ਕਿ ਹਾਂ ਉਹ ਨਾਲ ਦੀ ਨਾਲ ਸੈਕਿੰਡ ਕੁਐਸਚਨ 'ਤੇ ਆ ਗਏ। ਇੱਦਾਂ ਰਜੇ ਤੁਹਾਡੀ ਇਹ ਚੀਜ਼ ਕਰਨ ਲਈ ਤੁਹਾਨੂੰ ਹੌਲੀ ਹੌਲੀ ਤੁਹਾਡੀ ਆਪਣੇ ਆਪ ਇੰਪਰੂਵਮੈਂਟ ਹੋਊਗੀ ਜਦੋਂ ਤੁਸੀਂ ਇੱਦਾਂ ਸੁਪਰ ਫਾਸਟ ਕਰਨ ਦੀ ਕੋਸ਼ਿਸ਼ ਕਰੋਗੇ। ਜਿੱਦਾਂ ਕਿ ਨੈਕਸਟ ਹੈਗਾ ਰਜੇ ਸਪੈਲਿੰਗ ਟਾਸਕ। As simple as it sounds, the spelling task is not so easy. You should practice a little to be prepared for it. If you study alone, you could record yourself the spell those names and number, then play it. The same goes for the list of telephone numbers. It is a good practice and will add only to your confidence. ਜਿੱਦਾਂ ਕਿ ਰਜੇ
ਸਭ ਤੋਂ ਪਹਿਲਾਂ ਤਾਂ ਮੈਂ ਇਹ ਕਹਿਣਾ ਚਾਹੂੰਗੀ ਕੁਛ ਵਰਡਸ ਹੁੰਦੇ ਜਿੱਦਾਂ ਕਿ ਟੈਲੀਫੋਨ ਨੰਬਰਸ, ਉਹ ਇੱਦਾਂ ਰਿਪੀਟ ਕਰਦੇ ਨੇ, ਉਹ ਟੈਲੀਫੋਨ ਨੰਬਰ ਆਪਾਂ ਤੋਂ ਕੈਚ ਹੀ ਨਹੀਂ ਹੋ ਪਾਉਂਦਾ ਹੈਗਾ। ਉਹ ਵਾਲੇ ਕੁਐਸਚਨਸ ਆਪਾਂ ਨੂੰ ਜ਼ਿਆਦਾ ਰਿਪੀਟ ਕਰਨੇ ਚਾਹੀਦੇ ਜਿਹਦੇ ਵਿੱਚ ਆਪਾਂ ਨੂੰ ਜ਼ਿਆਦਾ ਪ੍ਰੋਬਲਮਸ ਆਉਂਦੀ ਆ। ਫੋਰ ਐਗਜ਼ਾਮਪਲ ਆਪਾਂ ਤੋਂ ਟੈਲੀਫੋਨ ਨੰਬਰਸ ਕੈਚ ਨਹੀਂ ਹੋ ਪਾਉਂਦੇ ਗੇ, ਜਾਂ ਕੋਈ ਨੇਮ ਹੁੰਦਾ ਹੈ ਜਿਹੜਾ ਬਹੁਤ ਲੰਬੇ ਨੇਮਸ ਹੁੰਦੇ ਆਪਾਂ ਤੋਂ ਉਹ ਨੇਮਸ ਨਹੀਂ ਕੈਚ ਹੋ ਪਾਉਂਦੇ ਗੇ। ਉਹ ਚੀਜ਼ 'ਤੇ ਆਪਾਂ ਨੂੰ ਜ਼ਿਆਦਾ ਫੋਕਸ ਕਰਨਾ ਚਾਹੀਦਾ ਤਾਂ ਕਿ ਆਪਣੀ ਜਿਹੜੀ ਉਹ ਕੈਚਿੰਗ ਪਾਵਰ ਹੈ ਨਾ ਵਰਡ ਨੂੰ ਕੈਚ ਕਰਨ ਦੀ, ਉਹ ਆਪਾਂ ਕੈਚ ਕਰ ਪਾਈਏ। ਅਤੇ ਇੱਕ ਮੈਂ ਟਿਪ ਹੋਰ ਦੇਣਾ ਚਾਹੂੰਗੀ, ਜੇ ਮੰਨ ਲਓ ਤੁਹਾਡੇ 7 ਬੈਂਡ ਸਕੋਰਸ ਆ ਰਹੇ ਆ ਡੇਲੀ ਬੇਸਿਸ 'ਤੇ, ਤਾਂ ਜਿਹੜੀ ਤੁਹਾਡੀ ਲਿਸਨਿੰਗ ਦੀ ਜੋ ਸਪੀਡ ਆ ਨਾ, ਉਹ ਸਪੀਡ ਨੂੰ ਥੋੜ੍ਹਾ ਜਿਹਾ ਇਨਕਰੀਜ਼ ਕਰਕੇ ਕਰਿਆ ਕਰੋ, ਤਾਂ ਕਿ ਤੁਹਾਨੂੰ ਮੰਨ ਲਓ ਐਗਜ਼ਾਮ ਵਿੱਚ ਲਿਸਨਿੰਗ ਜੇ ਫਾਸਟ ਆ ਗਈ ਤਾਂ ਤੁਸੀਂ ਉਹ ਵਰਡ ਨੂੰ ਕੈਚ ਕਰ ਪਾਓ ਕਿ ਹਾਂ ਉਹ ਕਹਿ ਕੀ ਰਹੇ ਸੀ। ਅਤੇ ਜੇ ਆਪਾਂ ਇੱਥੇ ਨੋਰਮਲ ਸਪੀਡ 'ਤੇ ਕਰਦੇ ਹਾਂ ਤਾਂ ਨੋਰਮਲ ਸਪੀਡ 'ਤੇ ਤਾਂ ਆਪਣੇ ਬੈਂਡ ਸਕੋਰਸ ਆ ਰਹੇ ਹੁੰਦੇ, ਜਦੋਂ ਲਿਸਨਿੰਗ ਫਾਸਟ ਹੋ ਜਾਂਦੀ ਐਗਜ਼ਾਮ ਵਿੱਚ, ਵੈਸੇ ਬਹੁਤ ਰੇਅਰ ਕੇਸਿਸ ਹੁੰਦਾ ਬਟ ਰਾਜੇ ਕਈ ਵਾਰ ਫਾਸਟ ਆ ਜਾਂਦੀ ਹੈਗੀ ਆ, ਤਾਂ ਉਦੋਂ ਫਿਰ ਆਪਾਂ ਨੂੰ ਡਿਫੀਕਲਟੀ ਹੋ ਜਾਂਦੀ। ਅਤੇ ਤਾਂ ਕਰਕੇ ਥੋੜ੍ਹੀ ਲਿਸਨਿੰਗ ਜੇ ਤੁਹਾਨੂੰ ਲੱਗਦਾ ਕਿ ਤੁਸੀਂ ਇਜ਼ਲੀ ਕਰ ਲਓਗੇ ਤਾਂ ਫਾਸਟ 'ਤੇ ਕਰਿਆ ਕਰੋ। ਐਂਡ ਅਗਰ ਤੁਹਾਨੂੰ ਵੀਡੀਓ ਹੈਲਪਫੁਲ ਲੱਗੀ ਤਾਂ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ। ਐਂਡ ਥੈਂਕ ਯੂ ਫੋਰ ਵਾਚਿੰਗ ਮਾਈ ਵੀਡੀਓ।